ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਿਲਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖਬਰ ਫॉर ਇੰਡੀਆ। ਤੇ ਅੱਜ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ ਹਰਮੀਤ ਸਿੰਘ ਕਾਲਕਾ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਇਲੈਕਸ਼ਨ ਦਾ ਮਾਹੌਲ ਹੈ ਤੇ ਹੁਣ ਪਤਾ ਚੱਲਿਆ ਕਿ ਇਲੈਕਸ਼ਨ ਕੈਂਸਲ ਵੀ ਹੋ ਚੁੱਕੇ ਹਨ। ਤੇ ਸਰ ਤੁਹਾਡਾ ਅੱਗੇ ਹੁਣ ਇਸ ਦਾ ਸਟ੍ਰੈਟਜੀ ਤੇ ਕੈਂਪੇਨਿੰਗ ਦਾ ਰੋਕੋਗੇ ਜਾਂ ਕਿਵੇਂ ਰਹੇਗੀ? ਦੇਖੋ, ਮੈਂ ਸਮਝਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨਸ ਹੁੰਦੀ ਹੈ, ਇਹਦਾ ਜਿਹੜਾ ਚੋਣ ਦਾ ਪ੍ਰਸਾਰ ਦਾ ਸਿਸਟਮ ਹੈ ਉਹ 15 ਦਿਨ ਦਾ ਜ਼ਰੂਰ ਹੁੰਦਾ, ਮਗਰ ਜਿਹੜੀ ਵਰਕਿੰਗ ਹੈ ਇਹ ਤੁਹਾਨੂੰ 4 ਸਾਲ ਰੱਖਣੀ ਪੈਂਦੀ ਹੈ। ਜਿਹੜਾ ਵੀ ਮੈਂਬਰ ਇਲੈਕਟ ਹੋ ਕੇ ਆਉਂਦਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਸੰਗਤ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਬਖੂਬੀ ਤੁਸੀਂ ਨਿਭਾਓ ਔਰ 4 ਸਾਲ ਸੰਗਤ ਦੀ ਵਿੱਚ ਬਤੌਰ ਸੇਵਾਦਾਰ ਉਹਨਾਂ ਦਾ ਕੰਮ ਕਰੋ। ਔਰ ਜਿਹੜੀ ਸਾਡੀ ਪਾਰਟੀ ਦੇ ਕੈਂਡੀਡੇਟਸ ਜਾਂ ਸਾਡੇ ਪੁਰਾਣੇ ਜਿੱਤੇ ਹੋਏ ਸਾਡੇ ਮੈਂਬਰ ਸਾਹਿਬਾਨ ਨੇ, ਅਸੀਂ ਉਹਨਾਂ ਨੂੰ ਇੱਕੋ ਗੱਲ ਪਹਿਲੇ ਦਿਨ ਤੋਂ ਕਹਿ ਰੱਖੀ ਹੈ ਕਿ ਤੁਹਾਡਾ ਕੰਮ ਹੈ ਜਿਹੜਾ 24/7 ਔਰ 365 ਡੇਜ਼ ਈਅਰ ਹੋਣਾ ਚਾਹੀਦਾ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੈਂਪੇਨ ਦਾ ਕੋਈ ਫਰਕ ਪੈਣਾ ਹੈ। ਕੈਂਪੇਨ ਸਲੋ ਹੋਏ ਕਿਉਂਕਿ 25 ਅਪ੍ਰੈਲ ਦੀ ਇਲੈਕਸ਼ਨ ਸੀ। 25 ਅਪ੍ਰੈਲ ਤੋਂ ਲੈ ਕੇ ਜਿਹੜੀ ਖਬਰ ਆ ਰਹੀ ਸੀ ਕਿ 18 ਜੁਲਾਈ ਨੂੰ ਇਲੈਕਸ਼ਨ ਹੋਣੀ ਹੈ। ਇਸ ਤਰੀਕੇ ਦੇ ਨਾਲ ਲੋਕਾਂ ਨੇ ਕਈ ਜਗ੍ਹਾ ਲੋਕਾਂ ਨੇ ਆਪਣੇ ਪ੍ਰਚਾਰ ਕੀਤੇ, ਕੁਝ ਕੀਤਾ, ਬਟ ਸਾਡੇ ਵਰਕਰਾਂ ਨੇ ਸੰਗਤ ਦੀ ਸੇਵਾ ਕਰਨੀ ਸੀ, ਸੰਗਤ ਦੀ ਸੇਵਾ ਕਰਦੇ ਰਹੇ। ਕੋਵਿਡ ਦੇ ਦੌਰਾਨ ਜਿਹੜਾ ਸਮਾਂ ਰਿਹਾ, ਜਿੰਨੀ ਸੇਵਾ ਇਸ ਪਾਰਟੀ ਨੇ ਕੀਤੀ ਹੈ ਪੂਰੀ ਦੁਨੀਆ 'ਚ ਇੱਕ ਮਿਸਾਲ ਕਾਇਮ ਕੀਤੀ ਹੈ। ਸੋ ਮੈਂ ਸਮਝਦਾ ਕਿ ਇਹ ਪ੍ਰਸਾਰ ਇਹ ਚੱਲਦਾ ਹੀ ਰਹਿਣਾ ਹੈ। ਸਰ ਕਿਸ ਟਾਈਪ ਦੀ ਸੇਵਾ ਕੀਤੀ ਗਈ ਹੈ? ਦੇਖੋ, ਤੁਸੀਂ ਕੋਵਿਡ ਦੇ ਵਿੱਚ ਦੇਖ ਸਕਦੇ ਹੋ ਕਿ ਮਗਰ ਮੈਂ ਪਿਛਲੇ ਸਾਲ ਤੋਂ ਸ਼ੁਰੂ ਕਰਾਂ ਤੇ ਰੋਜ਼ ਦਾ 2.25 ਲੱਖ ਬੰਦਿਆਂ ਨੂੰ ਲੰਗਰ ਛਕਾਉਣਾ ਇੱਕ ਰਿਕਾਰਡ ਤਿਆਰ ਕੀਤਾ। ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ, ਲੋਕਾਂ ਨੂੰ ਘਰ ਘਰ ਤੱਕ ਲੰਗਰ ਪਹੁੰਚਾਇਆ, ਸੁੱਕੀ ਰਸਦ ਪਹੁੰਚਾਈ। ਲੋਕਾਂ ਨੂੰ ਦੁਨੀਆ ਦੀ ਸਭ ਤੋਂ ਸਸਤੀ ਅਗਰ ਕੋਈ ਮੈਡੀਸਨ ਮਿਲਦੀ ਹੈ ਤੇ ਅੱਜ ਬਾਲਾ ਪ੍ਰੀਤਮ ਦਵਾਖਾਨੇ 'ਚ ਮਿਲ ਰਹੀ ਹੈ। ਜੇ ਦੁਨੀਆ ਦਾ ਸਭ ਤੋਂ ਸਸਤਾ MRI ਕਿਧਰੇ ਹੋ ਰਿਹਾ 50 ਰੁਪਏ ਦੇ ਵਿੱਚ, ਗੁਰਦੁਆਰਾ ਬੰਗਲਾ ਸਾਹਿਬ ਹੋ ਰਿਹਾ। ਜੇ ਫ੍ਰੀ ਡਾਇਲਿਸਿਸ ਦੀ ਗੱਲ ਹੋਏ ਤੇ ਦੁਨੀਆ ਦੇ ਵਿੱਚ ਇੱਕੋ ਇੱਕ ਐਸਾ ਸੈਂਟਰ ਹੈ ਜਿੱਥੇ ਬਾਲਾ ਸਾਹਿਬ ਹਸਪੀਟਲ ਦੇ ਵਿੱਚ ਜਿੱਥੇ ਕਿਡਨੀ ਦਾ ਡਾਇਲਿਸਿਸ ਹੋ ਰਿਹਾ। ਸੋ ਮੈਂ ਸਮਝਦਾ ਕਿ ਜਿਹੜੀਆਂ ਸੇਵਾਵਾਂ ਲਗਾਤਾਰ ਸਾਡੀਆਂ ਉਸ ਸਮੇਂ ਤੋਂ ਸ਼ੁਰੂ ਹੋਈਆਂ ਨੇ ਔਰ ਇਸ ਕੋਵਿਡ ਦੇ ਸੈਕਿੰਡ ਵੇਵ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਕਸੀਜਨ ਦੇ ਲੰਗਰ ਲਗਾਏ ਗਏ, ਆਕਸੀਜਨਾਂ ਘਰ ਘਰ ਪਹੁੰਚਾਉਣ ਦਾ ਕੰਮ ਕੀਤਾ, ਕੰਸਨਟ੍ਰੇਟਰਸ ਭੇਜੇ ਗਏ ਔਰ 400 ਬੈੱਡ ਦਾ ਜਿਹੜਾ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤਾ ਗਿਆ, ਇਹ ਲੋਕਾਂ ਦੇ ਵਿੱਚ ਇੱਕ ਸੇਵਾ ਦੀ ਜਿਹੜਾ ਇੱਕ ਦਿਲ 'ਚ ਬਿਠਾ ਚੁੱਕਿਆ ਹੈ ਕਿ ਇਹ ਕਮੇਟੀ ਔਰ ਇਹ ਜਿਹੜੀ ਪਾਰਟੀ ਹੈ ਇਹ ਕਿਸ ਤਰੀਕੇ ਦੇ ਨਾਲ ਕੌਮ ਦੀ ਸੇਵਾ ਕਰਦੀ ਹੈ ਔਰ ਇਹ ਲਗਾਤਾਰ ਸੇਵਾ ਚੱਲ ਰਹੀ ਹੈ। ਅੱਜ ਅਸੀਂ ਜਿਹੜਾ ਟੈਂਪਰੇਰੀ ਸਾਡਾ ਕੋਵਿਡ ਕੇਅਰ ਸੈਂਟਰ ਸੀ, ਅੱਜ ਉਹਨੂੰ ਹਸਪੀਟਲ ਦੇ ਵਿੱਚ ਤਬਦੀਲ ਕਰ ਰਹੇ ਹਾਂ। 125 ਬੈੱਡ ਦਾ ਹਸਪੀਟਲ ਅਸੀਂ ਸੰਗਤ ਨੂੰ ਵਾਅਦਾ ਕੀਤਾ ਸੀ ਕਿ 2 ਮਹੀਨਿਆਂ ਦੇ ਵਿੱਚ ਦਿਆਂਗੇ ਔਰ 7 ਅਗਸਤ ਨੂੰ ਜਿਹਦੀ ਅਸੀਂ ਅਪਰੋਕਸੀਮੇਟਲੀ ਟਾਈਮ ਰੱਖਿਆ ਕਿ ਅਸੀਂ ਉਹਦੀ ਓਪਨਿੰਗ ਕਰਾਂਗੇ। ਐਸਾ ਇੱਕ ਹਸਪੀਟਲ ਜਿਹੜਾ ਕਈ ਸਾਲਾਂ ਤੋਂ ਬੰਦ ਪਿਆ ਸੀ, ਅੱਜ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ। ਸੋ ਮੈਂ ਸਮਝਦਾ ਕਿ ਗੁਰਦੁਆਰਾ ਕਮੇਟੀ ਦੇ ਜਿਹੜੇ ਕੰਮ ਨੇ ਉਹ ਨਿਰੰਤਰ ਚੱਲ ਰਹੇ ਨੇ ਔਰ ਚੱਲਦੇ ਰਹਿਣਗੇ। ਸਰ ਇਹ ਜੇ ਤੁਸੀਂ ਕੰਮ ਗਿਣਾਇਆ ਸਰ, ਇਹਦੇ ਨਾਲ ਸਰ ਤੁਹਾਡੀ ਪਾਰਟੀ ਉੱਤੇ ਸਰ ਕਰਪਸ਼ਨ ਦੇ ਚਾਰजेस ਵੀ ਲੱਗੇ, ਉਹਦੇ ਬਾਰੇ ਕੀ ਕਹਿਣਾ ਕਹੋਗੇ? ਹਲੇ ਵੀ ਸਰ ਜੋ ਆਪੋਜੀਸ਼ਨ ਪਾਰਟੀਆਂ ਨੇ ਤੇ ਉਹ ਹਲੇ ਵੀ ਤੁਹਾਡੇ ਉੱਤੇ ਚਾਰजेस ਲਗਾਉਂਦੇ ਨੇ, ਐਲੀਗੇਸ਼ਨ ਲਗਾਉਂਦੇ ਨੇ ਕਿ ਕਰਪਸ਼ਨ ਦੇ, ਕਿ ਇਹ ਥੀਫ ਨੇ, ਦੇ ਆਰ ਥੀਫ, ਕਿ ਦੇ ਆਰ ਸਟੀਲਿੰਗ ਦ ਮਨੀ ਆਫ ਦ ਗੁਰੂ ਘਰ। ਦੇਖੋ, ਇਹ ਬੜੀ ਇੱਕ ਹਾਸੋਹੀਨ ਗੱਲ ਕਹਿ ਸਕਦੇ ਆ ਕਿਉਂਕਿ ਕਿਸੇ ਦੇ ਉੱਤੇ ਇਲਜ਼ਾਮ ਲਾਣਾ ਬੜਾ ਸੌਖਾ ਹੈ, ਮਗਰ ਉਹ ਇਲਜ਼ਾਮ ਪ੍ਰੂਫ ਕਰਨੇ ਔਰ ਇਲਜ਼ਾਮਾਂ ਦੇ ਉੱਤੇ ਤੱਥਾਂ ਦੇ ਬੇਸ ਦੇ ਉੱਤੇ ਇਲਜ਼ਾਮ ਲਾਣਾ ਬੜਾ ਫਰਕ ਹੈ। ਸਾਡੇ ਆਪੋਜੀਸ਼ਨ ਦੀ ਤੁਸੀਂ ਗੱਲ ਕੀਤੀ, ਆਪੋਜੀਸ਼ਨ ਵਿੱਚ ਮੇਨ 2 ਪਾਰਟੀਆਂ ਆਪਣੇ ਆਪ ਨੂੰ ਕਹਿੰਦੀਆਂ ਨੇ, ਮੈਂ ਆਪੋਜੀਸ਼ਨ ਆਪਣੇ ਆਪ 'ਚ ਸਮਝਦਾ ਨਹੀਂ, ਮਗਰ ਇਹ 2 ਪਾਰਟੀਆਂ ਆਪਣੇ ਆਪ ਨੂੰ ਕਹਿੰਦੀਆਂ। ਇੱਕ ਦਾ ਪ੍ਰਧਾਨ ਜਾਗੋ ਪਾਰਟੀ ਦਾ ਸਰਦਾਰ ਮਨਜੀਤ ਸਿੰਘ ਜੀਕੇ, ਜਿਹਦੇ ਉੱਤੇ ਕੋਰਟ ਨੇ ਖੁਦ FIR ਕਰਾਈ ਹੈ ਚੋਰੀ ਦੇ ਇਲਜ਼ਾਮ ਦੇ ਵਿੱਚ। ਅੱਜ ਤੱਕ 2.5 ਸਾਲ ਹੋ ਗਏ, ਅੱਜ ਤੱਕ ਆਪਣੀ ਚੋਰੀਆਂ ਦੇ ਬਾਰੇ ਇੱਕ ਲਫ਼ਜ਼ ਨਹੀਂ ਉਹਨਾਂ ਨੇ ਬੋਲਿਆ ਔਰ ਸੰਗਤ ਦੀ ਬੜੀਆਂ ਗੱਲਾਂ ਕੀਤੀਆਂ ਸੀ, ਮੈਂ ਜਦ ਤੱਕ ਇਲਜ਼ਾਮ ਨਹੀਂ ਹਟਣਗੇ ਨਾ ਮੈਂ ਚੋਣਾਂ ਲੜਾਂਗਾ, ਨਾ ਮੈਂ ਗੁਰਦੁਆਰੇ ਦੇ ਵਿੱਚ ਇੰਟਰਫੇਅਰ ਕਰਾਂਗਾ। ਮਗਰ ਅੱਜ ਚੋਣਾਂ ਵੀ ਲੜ ਰਹੇ ਆ ਔਰ ਗੱਲ ਕਰ ਰਹੇ, ਮਗਰ ਗੁਰੂ ਘਰ ਦੀ ਚੋਰੀ ਦਾ ਜਵਾਬ ਨਹੀਂ ਦਿੱਤਾ। ਦੂਜੇ ਸਰਦਾਰ ਪਰਮਜੀਤ ਸਿੰਘ ਸਰਨਾ, ਜਿਨ੍ਹਾਂ ਦੇ ਖਿਲਾਫ ਸਰਦਾਰ ਮਨਜੀਤ ਸਿੰਘ ਜੀਕੇ ਨੇ ਹੀ FIR ਕਰਵਾਈਆਂ ਹੋਈਆਂ ਨੇ, ਬਾਲਾ ਸਾਹਿਬ ਹਸਪੀਟਲ ਵੇਚਣ ਦਾ ਇਹਨਾਂ ਦੇ ਉੱਤੇ ਇਲਜ਼ਾਮ ਲੱਗਿਆ, ਗੁਰੂ ਘਰ ਦੀ ਮਿੱਟੀ ਤੱਕ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੀ ਵੇਚੀ। ਸੋ ਇਹ ਲੋਕ ਇਲਜ਼ਾਮ ਲਾਉਂਦੇ ਕਿਉਂਕਿ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਇਹ ਕਮੇਟੀ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ। ਕੰਮ ਦੇ ਨਾਲ ਨਾਲ ਜਿਹੜੀ ਆਪਣਾ ਸਥਾਨ ਲੋਕਾਂ ਦੇ ਦਿਲਾਂ 'ਚ ਬਿਠਾ ਚੁੱਕੀ ਹੈ ਉਹ ਇਹ ਹਟਾ ਨਹੀਂ ਸਕਦੇ। ਸੋ ਜਿੱਥੇ ਕਰਪਸ਼ਨ ਦੀ ਸਾਡੇ 'ਤੇ ਗੱਲ ਹੈ, ਅਸੀਂ ਇੱਕ ਪੈਸੇ ਦਾ ਹਿਸਾਬ ਸੰਗਤ ਨੂੰ ਦੇ ਰਹੇ ਹਾਂ। ਅਸੀਂ ਅੱਜ ਤੇ ਹੁਣ ਤੇ ਅਸੀਂ ਜਿਹੜੀ ਆਡਿਟਿੰਗ ਹੈ ਉਹ ਵੀ ਉਹਨਾਂ ਬੰਦਿਆਂ ਨੂੰ ਅੱਗੇ ਲਗਾ ਕੇ ਕਰਵਾਉਣੀ ਸ਼ੁਰੂ ਕੀਤੀ ਜਿਹੜੇ ਇਹਨਾਂ ਦੇ ਦੱਸੇ ਹੋਏ ਬੰਦੇ ਸੀ। ਸੋ ਮੈਂ ਸਮਝਦਾ ਕਿ ਇਹ ਸਿਰਫ ਇਲਜ਼ਾਮਬਾਜ਼ੀਆਂ ਲਗਾਉਣਾ, ਇਹਨਾਂ ਨੂੰ ਹੋਰ ਇਹਨਾਂ ਕੋਲੋਂ ਕੋਈ ਮੁੱਦਾ ਨਹੀਂ ਰਹਿ ਗਿਆ ਤੇ ਇਹਨਾਂ ਨੇ ਇਸ ਗੱਲ ਦੇ ਉੱਤੇ ਕੀਤੀ ਹੈ, ਮਗਰ ਇਹਨਾਂ ਦੇ ਵਿੱਚ ਕੋਈ ਤੱਥ ਨਹੀਂ ਹੈਗੇ।
ਸਰ ਗੱਲ ਆਈ ਸਿਰਫ ਕੋਵਿਡ ਦੇ ਜੋ ਵਿਕਟਿਮ ਰਹਿ ਚੁੱਕੇ ਨੇ, ਜੋ ਕੋਈ ਫੈਮਲੀਜ਼ ਔਰਫਨ ਹੋ ਚੁੱਕੇ ਹਨ, ਕਿਸੇ ਕੋਈ ਹੈਡ ਆਫ ਦਾ ਫੈਮਿਲੀ ਫਾਦਰ ਐਕਸਪਾਇਰ ਹੋ ਗਏ ਜਾਂ ਕੋਈ ਕੋਈ ਬੱਚਾ ਐਕਸਪਾਇਰ ਹੋ ਗਿਆ, ਸਰ ਉਹਨਾਂ ਵਾਸਤੇ ਤੁਸੀਂ ਰਿਲੀਫ ਪੈਕੇਜ ਅਨਾਉਂਸ ਕੀਤਾ ਹੈ। ਸਰ ਮੇਰਾ ਕੁਐਸਚਨ ਇਹ ਹੈ ਕਿ ਹੁਣੇ ਕਿਉਂ, ਇਹ ਪਿਛਲੇ ਸਾਲ ਤੋਂ ਕਿਉਂ ਨਹੀਂ ਸਟਾਰਟ ਕੀਤਾ? ਸ਼ਾਇਦ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਵਾਲ ਹੈ ਨਾ, ਇਹ ਤੁਸੀਂ ਉਹਨਾਂ ਕੋਲ ਸੁਣ ਕੇ ਆ ਰਹੇ ਹੋ ਜਿਹੜੀ ਸਾਡੀ ਆਪੋਜੀਸ਼ਨ ਕਰ ਰਹੀ ਹੈ। ਇਹਦਾ ਕਾਰਨ ਹੈ ਸਰ ਮੈਂ ਰੋਕਣਾ ਚਾਹੂੰਗਾ ਸਰ, ਇਹ ਸਰ ਸੁਣੋ ਮੇਰੀ ਗੱਲ ਸੁਣੋ। ਹਾਂਜੀ, ਪਿਛਲੀ ਵਾਰ ਦੀ ਜਿਹੜੀ ਫਸਟ ਵੇਵ ਸੀ ਕਰੋਨਾ ਦੀ, ਉਹਦੇ ਵਿੱਚ 2 ਮਹੀਨੇ ਵਾਸਤੇ ਸੈਂਟਰ ਜਿਹੜੇ ਲਾਕਡਾਊਨ ਜ਼ਰੂਰ ਲੱਗਿਆ, ਮਗਰ ਉਹਦੇ ਵਿੱਚ ਕੋਈ ਕੈਜੂਅਲਟੀਜ਼ ਨਹੀਂ ਹੋਈਆਂ ਸੀ, ਕੋਈ ਡੈਥ ਨਹੀਂ ਹੋਈਆਂ ਸੀ। ਔਰ 2 ਮਹੀਨੇ ਦਾ ਜਿਸ ਵਕਤ ਲੋਕਾਂ ਦੇ ਘਰ ਜਿਹੜੇ ਲੋਕ ਕੀਰਤੀ ਸਿੰਘ ਨੇ ਜਿਹੜੇ ਦਿਹਾੜੀਆਂ ਕਰਦੇ ਨੇ, ਜਿਹੜੇ ਲੋਕ ਕੰਮਾਂ ਤੋਂ, ਉਹਨਾਂ ਦੀ ਅਸੀਂ ਆਰਥਿਕ ਤੌਰ 'ਤੇ ਵੀ ਮਦਦ ਕੀਤੀ ਔਰ ਉਹਨਾਂ ਦੇ ਘਰ ਰੋਟੀ ਤੱਕ ਪਹੁੰਚਾਉਣ ਦਾ ਕੰਮ ਕੀਤਾ ਉਹ ਜੀ। ਮਗਰ ਇਸ ਵਾਰੀ ਜਿਹੜਾ ਸੈਕਿੰਡ ਵੇਵ ਆਈ ਹੈ, ਇਹਦੇ ਵਿੱਚ ਕੋਈ ਐਸਾ ਘਰ ਨਹੀਂ ਬਚਿਆ ਜਿਹਦੇ ਘਰ ਦੇ ਵਿੱਚ ਕੋਈ ਮੌਤ ਨਾ ਹੋਈ ਹੋਵੇ। ਐਸੇ ਪਰਿਵਾਰ, ਮਤਲਬ ਮੈਂ ਕਹਿ ਸਕਦਾ ਕਿ ਕੋਈ ਫੈਮਿਲੀ ਹੋਏ ਨੀਅਰਸ ਐਂਡ ਡੀਅਰਸ ਦੇ ਵਿੱਚ ਕੋਈ ਮੌਤਾਂ ਨਾ ਹੋਈਆਂ ਹੋਣ। ਇੱਕ ਦਿਨ ਦੇ ਵਿੱਚ ਮੈਂ ਪਿਛਲੇ ਹਫਤੇ ਆਪਣੇ ਇਲਾਕੇ ਦੀ ਸੰਗਤ ਜਿਨ੍ਹਾਂ ਦੇ ਅਕਾਲ ਚਲਾਣਾ ਕਰ ਗਏ ਸੀ, ਉਹਨਾਂ ਦਾ ਭੋਗ ਪਾਇਆ। 57 ਬੰਦਿਆਂ ਦੀ ਅਸੀਂ ਅਰਦਾਸ ਕੀਤੀ ਹੈ ਸਿਰਫ ਇੱਕ ਇਲਾਕੇ ਦੇ ਵਿੱਚ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵਾਰੀ ਜਿਹੜੀ ਕੈਜੂਅਲਟੀਜ਼ ਹੋਈਆਂ, ਜਿਹੜੀਆਂ ਡੈਥਸ ਹੋਈਆਂ ਨੇ, ਉਹਦੇ ਕਰਕੇ ਲੋਕਾਂ ਦੇ ਘਰ ਹਿੱਲ ਗਏ ਨੇ। ਉਹ ਪੈਕੇਜ ਇਸ ਕਰਕੇ ਹੁਣ ਇਸ ਵਾਰੀ ਦਿੱਤਾ ਗਿਆ ਕਿ ਜਿਹੜੇ ਸਾਡੇ 1 ਸਾਲ ਤੋਂ ਗ੍ਰੰਥੀ ਸਿੰਘ, ਪਾਠੀ ਸਿੰਘ, ਜਿਹੜੇ ਅਖੰਡ ਪਾਠਾਂ ਦੇ ਡਿਊਟੀਆਂ ਦਿੰਦੇ ਸੀ, ਜਿਹੜੇ ਕੀਰਤਨ ਕਰਦੇ ਸੀ, ਜਿਹੜੇ ਬਾਹਰ ਜਾ ਕੇ, ਜਿਹੜੇ ਗੁਰਦੁਆਰਿਆਂ 'ਚ ਨਹੀਂ ਲੱਗੇ ਹੋਏ ਮਗਰ ਗੁਰਦੁਆਰਿਆਂ ਤੋਂ ਬਾਹਰ ਜਾ ਕੇ ਜਿਨ੍ਹਾਂ ਨੂੰ ਵਾਰੀਆਂ ਮਿਲਦੀਆਂ ਸੀ ਲੋਕਾਂ ਦੇ ਘਰ ਕੀਰਤਨਾਂ ਦੀ, ਅੱਜ ਉਹਨਾਂ ਕੋਲੋਂ ਕੰਮ ਨਹੀਂ ਹੈ। ਉਹਨਾਂ ਦੀ ਬਾਗਡੋਰ ਕਿੰਨੇ ਸੰਭਾਲਣੀ ਹੈ, ਉਹਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਉਹਨਾਂ ਦੇ ਸਹਿਯੋਗੀ ਬਣ ਰਹੇ ਹਾਂ। ਅਸੀਂ ਕੋਈ ਪੈਕੇਜ ਦੇਣ ਵਾਲੇ ਨਹੀਂ ਹੈਗੇ, ਨਾ ਅਸੀਂ ਪੈਕੇਜ ਦੇਣ ਵਾਲੇ ਹਾਂ, ਅਸੀਂ ਤੇ ਸਹਿਯੋਗੀ ਹਾਂ ਕਿ ਗੁਰੂ ਘਰ ਦੀ ਜਿਹੜੀ ਸਹਾਇਤਾ ਹੈ ਉਹਨਾਂ ਤੱਕ ਪਹੁੰਚਾਈ ਜਾਏ ਤਾਂ ਕਿ ਉਹ ਆਪਣੇ ਘਰ ਦਾ ਨਿਰਵਾਹ ਕਰ ਸਕਣ, ਉਹਦਾ ਪਾਲਣ ਪੋਸ਼ਣ ਕਰ ਸਕਣ। ਸੋ ਇਸ ਕਰਕੇ ਇਹ ਸਹਾਇਤਾ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਦੇ ਸਹਿਯੋਗੀ ਬਣੇ। ਹਾਂਜੀ ਸਰ, ਪਹਿਲੀ ਗੱਲ ਤਾਂ ਕਲੀਅਰ ਕਰ ਦੇਣਾ ਸਰ, ਮੈਂ ਕਿਤੇ ਸੁਣ ਕੇ ਨਹੀਂ ਆਇਆ, ਮੇਰੇ ਖੁਦ ਦੇ ਦਿਮਾਗ 'ਚ ਚੱਲ ਰਿਹਾ ਸੀ ਕੁਐਸਚਨ। ਤੇ ਸਰ ਇਸੇ ਰਿਲੇਟਡ ਸਰ, ਜੋ ਤੁਹਾਡਾ ਮੈਂ ਟਵੀਟ ਪੜ੍ਹ ਰਿਹਾ ਸੀਗਾ ਤੁਹਾਡਾ ਤੇ ਸਿਰਸਾ ਸਰ ਦਾ, ਤੇ 2500 ਰੁਪਏ ਸਰ ਮੰਥਲੀ ਪੈਨਸ਼ਨ। ਸਰ ਡੂ ਯੂ ਥਿੰਕ ਕਿ ਇਹ ਪੈਨਸ਼ਨ ਇਨਫ ਹੈਗੀ ਹੈ ਫॉर ਸਰਵਾਈਵਲ? 2500 ਰੁਪਏ ਜੇ ਸਰ 100 ਰੁਪਏ ਦਾ ਕੋਈ ਇੱਕ ਡੇਲੀ ਵੀ ਖਾਣਾ ਖਾਂਦਾ ਹੈ, 25 ਦਿਨਾਂ ਵਿੱਚ ਖਤਮ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ 2500 ਰੁਪਏ ਦੇ ਨਾਲ ਕੁਝ ਨਹੀਂ ਹੁੰਦਾ, ਮਗਰ ਇੱਕ ਗੱਲ ਸਾਨੂੰ ਮਾਈਂਡ 'ਚ ਰੱਖਣੀ ਚਾਹੀਦੀ ਹੈ ਕਿ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕੋਈ ਸੈਂਟਰ ਦੀ ਸਰਕਾਰ ਨਹੀਂ ਹੈ, ਦਿੱਲੀ ਦੀ ਸਰਕਾਰ ਨਹੀਂ ਹੈ। ਸਾਡੀ ਇਹ ਪੈਨਸ਼ਨਾਂ ਜਿਹੜੀਆਂ ਨੇ ਆਰਥਿਕ ਤੌਰ ਦੇ ਉੱਤੇ ਲੋਕਾਂ ਦੀ ਇੱਕ ਸਹਾਇਤਾ ਦੇ ਸਕਦੀਆਂ ਨੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਇੱਕ ਚੀਜ਼ ਤੋਂ ਜ਼ਿੰਮੇਵਾਰੀ 'ਤੇ, ਚਾਹੇ ਉਹ ਲੰਗਰ ਹੋਏ, ਅਸੀਂ ਹੁਣ ਇੱਥੋਂ ਰਸਦ ਦਿੰਦੇ ਆ, ਉਹ ਰਸਦ ਵੀ ਅਸੀਂ ਉਹਨਾਂ ਨੂੰ ਨਾਲ ਦੇ ਰਹੇ ਹਾਂ। ਸੋ ਕਿਧਰੇ ਨਾ ਕਿਧਰੇ ਉਹਨਾਂ ਦੀ ਇੱਕ ਐਕਸਟਰਾ ਹੈਲਪ ਕਰਨ ਵਾਸਤੇ ਇਹ ਚੀਜ਼ ਦਿੱਤੀ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਸ ਵਕਤ 1984 ਹੋਇਆ ਸੀ, ਉਸ ਤੋਂ ਬਾਅਦ ਜਿਹੜੀ ਵਿਡੋਜ਼ ਨੂੰ ਪੈਨਸ਼ਨ ਲਗਾਉਣੀ ਸ਼ੁਰੂ ਕੀਤੀ ਸੀ, ਅੱਜ ਤੱਕ ਉਹ ਸਿਲਸਿਲਾ ਚੱਲ ਰਿਹਾ। ਵਿੱਚ ਜ਼ਰੂਰ ਸਰਨਾ ਸਾਹਿਬ ਦੇ ਟਾਈਮ ਦੇ ਵਿੱਚ ਇਹਨੂੰ ਬੰਦ ਕਰਤਾ ਗਿਆ ਕਿਉਂਕਿ ਉਹ ਲੋਕਾਂ ਨੂੰ ਕਹਿੰਦੇ ਸੀ ਕਿ 84 ਭੁੱਲ ਜਾਓ, ਮਗਰ ਅਸੀਂ ਆਉਣ ਤੋਂ ਬਾਅਦ ਫਿਰ ਦੁਬਾਰਾ ਉਹਨੂੰ ਸ਼ੁਰੂ ਕੀਤਾ ਸੀ। ਸੋ ਉਹ ਜਿਸ ਵਕਤ ਉਹਨਾਂ ਦੇ ਘਰਾਂ 'ਚ, ਉਸ ਵਿਡੋਜ਼ ਦੇ ਘਰ ਦੇ ਵਿੱਚ ਜਿਸ ਵਕਤ ਉਹ ਚੈੱਕ ਜਾਂਦਾ ਹੈ, ਤੇ ਸਾਨੂੰ ਪਤਾ ਕਿ ਉਸ 1500 ਰੁਪਏ ਦੇ ਹਿਸਾਬ ਦੇ ਨਾਲ ਵੀ ਉਹਨਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਹੁੰਦੀ ਹੈ, ਉਹਦਾ ਕੋਈ ਅਸੀਂ ਮਤਲਬ ਉਹਨਾਂ ਦੇ ਵਿੱਚ ਕੋਈ ਜਵਾਬ ਨਹੀਂ ਦੇ ਸਕਦੇ। ਸੋ ਜਿਸ ਤਰੀਕੇ ਦੇ ਨਾਲ ਇੱਕ 2500 ਰੁਪਏ ਦੀ ਆਰਥਿਕ ਮਦਦ ਕਰਨੀ, ਜਿਹੜੀ ਪਾਠੀ ਸਿੰਘ ਜਾਂ ਜਿਹੜੇ ਅੱਜ ਕੰਮ ਕਰ ਰਹੇ ਨੇ, ਕੀਰਤਨੀ ਸਿੰਘ ਜਿਹੜੇ ਜਿਨ੍ਹਾਂ ਕੋਲ ਕੰਮ ਦੀ ਇਸ ਵਕਤ ਹੁਣ ਕੋਵਿਡ ਕਰਕੇ ਹਟ ਗਿਆ, ਉਹਨਾਂ ਦੀ ਵਨ ਟਾਈਮ ਜਿਹੜੀ ਮਦਦ ਕਰਨੀ, ਉਹ ਵੀ ਸਿੰਘ ਸਭਾ ਸਾਨੂੰ ਲਿਖ ਕੇ ਦੇਵੇ। ਮੈਂ ਸਮਝਦਾ ਕਿ ਇੱਕ ਬੜੀ ਵੱਡੀ ਰਾਹਤ ਹੁੰਦੀ ਹੈ। ਹੁਣ ਵੀ ਤੁਹਾਡੇ ਸਾਹਮਣੇ ਹੁਣੇ ਮੇਰੇ ਕੋਲ 5 ਮਿੰਟ ਪਹਿਲੇ ਗੁਰਦੁਆਰਾ ਸੰਗਮ ਵਿਹਾਰ ਤੋਂ ਲਿਖਵਾ ਕੇ ਗਏ ਨੇ, ਬਟ ਜਿੱਥੇ ਲੋਕਾਂ ਨੂੰ ਇਹ ਮਿਲਦੀ ਹੈ, ਉਹਨਾਂ ਦਾ ਮਹੀਨਾ 2 ਮਹੀਨਾ ਇਸ ਤਰ੍ਹਾਂ ਕੱਟ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਹੁੰਦੀ ਹੈ। ਹੁਣ ਪੈਨਸ਼ਨ ਜਿਹੜੀ 2500 ਰੁਪਏ ਬਹੁਤ ਘੱਟ ਹੈ, ਮਗਰ 25000 ਵੀ ਤੇ ਗੁਰਦੁਆਰਾ ਕਮੇਟੀ ਨਹੀਂ ਲਗਾ ਸਕਦੀ ਨਾ। ਸੋ ਇਸ ਕਰਕੇ ਇਹ ਜ਼ਿੰਮੇਵਾਰੀ ਜਿੱਥੇ ਸਾਡੀ ਬੰਦੀ ਸੀ, ਅਸੀਂ ਉਹਨੂੰ ਪੂਰਾ ਕੀਤਾ। ਠੀਕ ਹੈ। ਤੇ ਸਰ ਇੱਕ ਕੁਐਸਚਨ ਮੈਂ ਸਰ ਜਿੰਨੇ ਵੱਡੇ ਆਗੂ ਹੈ, ਮੈਂ ਹਰ ਕਿਸੇ ਤੋਂ ਪੁੱਛ ਰਿਹਾ ਇੱਕ ਕੁਐਸਚਨ, ਮੈਨੂੰ ਉਸ ਦਾ ਆਨਸਰ ਹਲੇ ਤੱਕ ਨਹੀਂ ਮਿਲਿਆ। ਸਰ ਟੋਟਲ ਰਜਿਸਟਰਡ ਵੋਟਰ ਕਿੰਨੇ ਨੇ? ਦੇਖੋ, ਵੈਸੇ ਦਿੱਲੀ ਦੇ ਵਿੱਚ ਜਿਹੜੀ ਅਗਰ ਸੰਖਿਆ ਹੈ, ਮੈਂ ਕਹਿ ਸਕਦਾ ਕਿ ਵੋਟਰਸ ਦੀ ਹੋਣੀ ਚਾਹੀਦੀ ਹੈ ਅਬਵ 10 ਲੱਖ ਹੋਣੀ ਚਾਹੀਦੀ ਹੈ। ਵੈਸੇ ਜਿਹੜੀ ਸਿੱਖਾਂ ਦੀ ਆਬਾਦੀ ਆਪਾਂ ਗਿਣਦੇ ਆ ਤਾਂ ਇਹਨੂੰ 20 ਲੱਖ ਤੋਂ ਉੱਤੇ ਗਿਣਦੇ ਆ, ਮਗਰ ਉਹਦੇ ਵਿੱਚ ਮੇਜਰ ਔਰ ਜਿਹੜੇ ਮਾਈਨਰਸ ਹੈਗੇ ਨੇ ਉਹਨਾਂ ਨੂੰ ਮਿਲਾ ਕੇ 10, 10.5, 11 ਲੱਖ ਵੋਟ ਹੋਣੀ ਚਾਹੀਦੀ ਜਿਹੜੀ, ਮਗਰ ਵੋਟ ਸਾਡੀ ਇਸ ਵਕਤ ਜਿਹੜੀ ਬਣੀ ਹੋਈ ਹੈ ਉਹ ਤਕਰੀਬਨ 4.5 ਲੱਖ ਦੇ ਆਸ-ਪਾਸ। 4.5 ਲੱਖ ਸਰ। ਤੇ ਉਹਦੇ ਵਿੱਚੋਂ ਸਰ ਤੁਸੀਂ ਕਿੱਦਾਂ ਆਈਡੈਂਟੀਫਾਈ ਕਰੋਗੇ ਕਿ ਕੋਵਿਡ ਅਫੈਕਟਡ ਜਾਂ ਪੈਂਡੈਮਿਕ ਦੇ ਕਾਰਨ ਜੋ ਅਫੈਕਟਡ
ਫੈਮਿਲੀਜ਼ ਨੇ ਉਹ ਕਿਹੜੀਆਂ ਨੇ? ਦੇਖੋ, ਜਿਹੜੀ ਇਹ ਫੈਮਿਲੀ ਸਾਨੂੰ ਅਪਰੋਚ ਕਰਦੀ ਹੈ ਔਰ ਉਹਨਾਂ ਦੇ ਬਾਰੇ ਉਹਨਾਂ ਦੇ ਇਲਾਕੇ ਦੇ ਮੈਂਬਰਸ ਨੇ ਔਰ ਮੈਂਬਰ ਦੇ ਨਾਲ ਨਾਲ ਜਿਹੜੀਆਂ ਸਿੰਘ ਸਭਾਵਾਂ ਨੇ, ਅਸੀਂ ਇੱਕ ਕੰਡੀਸ਼ਨ ਰੱਖੀ ਹੈ, ਤੁਹਾਨੂੰ ਤੁਸੀਂ ਬਾਰ-ਬਾਰ ਦੇਖਿਆ ਕਿ ਜਿਸ ਦੇ ਵਿਕਟਮ ਬਾਰੇ, ਜਿਸ ਪਾਰਟੀ ਬਾਰੇ ਜਿਹਨੂੰ ਉਹ ਲਿਖ ਕੇ ਦੇਣਗੇ ਸਿੰਘ ਸਭਾਵਾਂ, ਅਸੀਂ ਉਹਨੂੰ ਜ਼ਰੂਰ ਮੰਨਾਂਗੇ, ਕਿਉਂਕਿ ਸਿੰਘ ਸਭਾ ਇਲਾਕੇ ਦੀ ਇਲੈਕਟਿਡ ਰਿਪਰੈਜ਼ੈਂਟੇਟਿਵਸ ਨੇ। ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਈ ਮੇਰੇ ਇਲਾਕੇ ਦੇ ਵਿੱਚ ਅਗਰ ਇਸ ਬੰਦੇ ਦੇ ਘਰ ਕੋਈ ਹਾਦਸਾ ਹੋਇਆ ਜਾਂ ਇਸ ਬੰਦੇ ਨੂੰ ਵਾਕਈ ਲੋੜ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਮਦਦ ਕਰ ਰਹੀ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ, ਉਹ ਸਾਨੂੰ ਲਿਖ ਕੇ ਭੇਜਣਗੇ, ਅਸੀਂ ਉਹਨਾਂ ਨੂੰ ਆਨਰ ਕਰਾਂਗੇ। ਤੇ ਸਰ ਇਸ ਤੋਂ ਇਲਾਵਾ ਜੋ ਕੋਵਿਡ ਦੇ ਨਾਲ ਜਿਨ੍ਹਾਂ ਦੀ ਐਕਸੀਡੈਂਟ ਜਾਂ ਨੈਚੁਰਲ ਡੈਥ ਹੋਈ ਹੈ ਜਾਂ ਕੋਈ ਹੋਰ ਕਿਸੇ ਡਿਜ਼ੀਜ਼ ਨਾਲ ਡੈਥ ਹੋਈ ਹੈ, ਉਹਨਾਂ ਦੀ ਹੈਲਪ ਵੀ ਤੁਸੀਂ ਕਰੋਗੇ ਜਾਂ ਸਿਰਫ ਇਹ ਕੋਵਿਡ ਜੋ ਪੈਂਡੈਮਿਕ ਦੇ ਕਾਰਨ ਇਫੈਕਟਡ ਹੈ ਉਹਨਾਂ ਵਾਸਤੇ ਹੀ ਹੈ? ਅਸੀਂ ਤੇ ਹੁਣ ਇਸ ਵਕਤ ਜਿਹੜਾ ਇਹ ਪੈਕੇਜ ਕੱਢਿਆ ਹੈ, ਇਹ ਇਸ ਟਾਈਮ ਦੇ ਵਿੱਚ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਵਾਸਤੇ ਹੈ, ਕੋਵਿਡ ਵਾਸਤੇ ਸਪੈਸ਼ਲ, ਕਿਉਂਕਿ ਕੋਵਿਡ ਦਾ ਵੈਸੇ ਹੀ ਆਲਰੇਡੀ ਅਸੀਂ ਇਹ ਵਾਲੀਆਂ ਮਦਦ ਕਰ ਰਹੇ ਹਾਂ। ਸਾਡੇ ਜਿਹੜੇ ਬੱਚੇ ਸਾਡੇ ਸਕੂਲਾਂ 'ਚ ਪੜ੍ਹਦੇ ਨੇ, ਜਿਹੜੇ ਫਾਦਰਲੈਸ ਬੱਚੇ ਨੇ, ਉਹਨਾਂ ਦੀਆਂ ਵੈਸੇ ਹੀ ਫੀਸਾਂ ਮਾਫ ਹੁੰਦੀਆਂ। ਜਿਹੜੇ ਵਿਡੋ ਸਾਡੇ ਕੋਲ ਆ ਕੇ ਅਪਰੋਚ ਕਰਦੀਆਂ ਨੇ, ਅਸੀਂ ਉਹਨਾਂ ਦੀਆਂ ਵੈਸੇ ਹੀ ਕਰਦੇ ਹਾਂ। ਬਟ ਇਹ ਕੋਵਿਡ ਦੇ ਵਿੱਚ ਕੇਸਿਸ ਜ਼ਿਆਦਾ ਹੋਏ ਨੇ, ਇਸ ਕਰਕੇ ਇਹਦਾ ਨਾਮ ਕੋਵਿਡ ਦਾ ਦੇ ਦਿੱਤਾ ਗਿਆ। ਬਟ ਇਹਦੇ ਵਿੱਚ ਸਾਰੇ ਵਿੱਚ ਇਨਕਲੂਡ ਹੁੰਦੇ ਨੇ ਜਿਹੜੇ ਇਸ ਸਮੇਂ ਦੇ ਵਿੱਚ ਜਿਨ੍ਹਾਂ ਦੇ ਘਰਾਂ 'ਚ ਪ੍ਰੋਬਲਮ ਆਈ ਹੈ, ਉਹ ਆਉਣ ਜ਼ਰੂਰ। ਠੀਕ ਹੈ ਸਰ। ਤੇ ਐਂਡ ਵਿੱਚ ਸਰ ਇੱਕ ਹੋਰ ਕੁਐਸਚਨ ਰਹੇ ਤੇ ਸਰ ਤੁਸੀਂ ਕਿਹਾ ਗਿਆ ਆਪਣੇ ਟਵੀਟ ਵਿੱਚ ਲਿਖਿਆ ਸੀਗਾ ਕਿ ਫ੍ਰੀ ਐਜੂਕੇਸ਼ਨ ਫॉर ਦੋਜ਼ ਹੂ ਸਟੱਡੀ ਇਨ ਡੀਯੂਜ਼ ਖਾਲਸਾ ਕਾਲਜ, ਜੇ ਕੋਈ ਕੋਵਿਡ ਦੇ ਕਾਰਨ ਜਿਸ ਬਿਲਕੁਲ ਜਿਹੜੇ ਸਾਡੇ 4 ਸਾਡੇ ਕਾਲਜਿਸ ਹੈਗੇ ਨੇ, ਮਾਤਾ ਸੁੰਦਰੀ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਗੁਰੂ ਨਾਨਕ ਦੇਵ ਖਾਲਸਾ ਕਾਲਜ, ਇਹ ਜਿਹੜੇ ਚਾਰੋਂ ਕਾਲਜ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ, ਇਹਨਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਜਿਨ੍ਹਾਂ ਦੇ ਫਾਦਰ ਦੀ ਡੈਥ ਹੋਈ ਹੈ ਕੋਵਿਡ ਦੇ ਸਮੇਂ ਦੇ ਵਿੱਚ, ਉਹਨਾਂ ਦਾ ਸਾਰੀ ਜ਼ਿੰਮੇਵਾਰੀ ਪੜ੍ਹਾਈ ਦੀ, ਉਹਨਾਂ ਦੀ ਗ੍ਰੈਜੂਏਸ਼ਨ ਤੱਕ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ। ਐਂਡ ਸਰ ਵਾਟ ਇਫ ਦ ਸਟੂਡੈਂਟ ਇਜ਼ ਸਟੱਡਿੰਗ ਸਮਵੇਅਰ ਐਲਸ, ਕਿਸੇ ਹੋਰ ਯੂਨੀਵਰਸਿਟੀ 'ਚ ਪੜ੍ਹ ਰਿਹਾ, ਕਾਲਜ 'ਚ ਪੜ੍ਹ ਰਿਹਾ ਜਾਂ ਸਿਟੀ ਤੋਂ ਬਾਹਰ ਪੜ੍ਹ ਰਿਹਾ ਗਿਆ, ਜਾਂ ਇਹੀ ਮੈਂ ਗੱਲ ਕਹੀ ਤੁਹਾਨੂੰ ਜਿਹੜੀ ਕਿ ਇਹਦੇ ਇਲਾਵਾ ਤਾਂ ਹੋਰ ਕੋਈ ਉਹਦਾ ਪੈਮਾਨਾ ਨਹੀਂ ਹੈ ਨਾ ਨਾਪਣ ਦਾ। ਉਹਦਾ ਵਸੇ ਇਹੀ ਹੈ ਕਿ ਜਿਹਨੂੰ ਸਿੰਘ ਸਭਾ ਲਿਖ ਕੇ ਭੇਜੇਗੀ ਕਿ ਇਹਨੂੰ ਵਾਕਈ ਲੋੜਵੰਦ ਪਰਿਵਾਰ ਹੈ, ਉਹਦੀ ਅਸੀਂ ਆਰਥਿਕ ਮਦਦ ਕਰਾਂਗੇ। ਆਪਣਾ ਖਾਲਸਾ ਕਾਲਜ ਤੋਂ ਬਾਹਰ ਹੀ ਕਿਉਂ ਨਾ ਹੋਵੇਗਾ, ਉਹ ਕਰਨੀ ਪਏਗੀ। ਜੇ ਅਗਰ ਸਾਡੇ ਸਿੱਖ ਪਰਿਵਾਰ ਦੇ ਬੱਚੇ ਪੜ੍ਹਨਾ ਚਾਹ ਰਹੇ ਨੇ ਔਰ ਪੜ੍ਹ ਰਹੇ ਨੇ ਔਰ ਉਹਨਾਂ ਦੀ ਪੜ੍ਹਾਈ ਸਿਰਫ ਪੈਸੇ ਕਰਕੇ ਰੁਕ ਰਹੀ ਹੈ, ਉਹ ਨਹੀਂ ਰੁਕਣ ਦਿਆਂਗੇ। ਤੇ ਸਰ ਲਾਸਟ ਕੁਐਸਚਨ ਇਹ ਹੈ ਕਿ ਸਰ ਇਲੈਕਸ਼ਨ ਕੈਂਸਲ ਹੋਏ ਤੇ ਹੁਣ ਸਰ ਵਾਟ ਇਜ਼ ਨੈਕਸਟ, ਹੁਣ ਅਗਲਾ ਸਟੈਪ ਕੀ ਹੈ, ਕਦੋਂ ਐਕਸਪੈਕਟਡ ਹੈ ਤੇ ਕਿਉਂ ਇਲੈਕਸ਼ਨ ਕੈਂਸਲ ਹੋ ਰਹੇ ਆ ਬਾਰ-ਬਾਰ? ਇਲੈਕਸ਼ਨ ਕੈਂਸਲ ਨਹੀਂ ਹੋਏ, ਇਲੈਕਸ਼ਨ ਪੋਸਟਪੋਨ ਹੋਏ ਨੇ। ਜਿੱਥੇ ਤੱਕ ਸਾਨੂੰ ਨੌਲੇਜ 'ਚ ਹੈ, ਜਿਹੜੀ ਡਾਇਰੈਕਟਰ ਸਾਹਿਬ ਨਾਲ ਸਾਡੀ ਗੱਲ ਹੋਈ ਹੈ, ਉਹਨਾਂ ਨੇ ਜਿਹੜੀ ਫਾਈਲ ਲਿਖ ਕੇ ਦਿੱਤੀ ਸੀ ਕਿ 18 ਤਰੀਕ ਨੂੰ, ਔਰ ਸੀਐਮ ਸਾਹਿਬ ਨੇ ਉਸ 'ਤੇ ਡਿਊ ਟੂ ਕੋਵਿਡ ਰੀਜ਼ਨ ਕਰਕੇ ਉਹਨੂੰ ਪੈਂਡਿੰਗ ਰੱਖਤਾ। ਹੁਣ ਉਹ ਪੈਂਡਿੰਗ ਫॉर ਅ ਵੀਕ ਹੈ, ਫॉर 10 ਡੇਜ਼ ਹੈ, ਫॉर ਮੰਥ ਹੈ ਜਾਂ 2 ਮੰਥ ਹੈ, ਇਹ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਸਰਕਾਰੀ ਕੰਮ ਹੈ। ਔਰ ਮੈਂ ਸਮਝਦਾ ਕਿ ਇਹ ਉਹ ਲੋਕ ਅੱਛੀ ਤਰੀਕੇ ਨਾਲ ਦੱਸ ਸਕਦੇ ਨੇ ਜਿਨ੍ਹਾਂ ਨੇ ਦੇ ਆਰ ਹੈਂਡ ਇਨ ਗਲਵਜ਼ ਵਿਦ ਜਿਹੜੀ ਗਵਰਨਮੈਂਟ, ਕਿਉਂਕਿ ਸਾਡੀ ਤੇ ਆਮ ਆਦਮੀ ਪਾਰਟੀ ਨਾਲ ਬੰਦੀ ਨਹੀਂ, ਸਾਡੇ ਆਪੋਜੀਸ਼ਨ 'ਚ ਰਹੇ ਨੇ। ਇਸ ਕਰਕੇ ਇਹਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਮੈਂ ਸਮਝਦਾ ਕਿ ਸਰਨਾ ਸਾਹਿਬ ਦੱਸ ਸਕਦੇ ਨੇ, ਜਾਂ ਮਨਜੀਤ ਸਿੰਘ ਜੀਕੇ, ਕਿਉਂਕਿ ਬੀਜੇਪੀ ਕੇਂਦਰ 'ਚ ਬੈਠੀ ਹੈ ਅਤੇ ਉਹ ਬੀਜੇਪੀ ਦਾ ਬੰਦਾ, ਉਹ ਦੱਸ ਸਕਦੇ ਨੇ ਕਿ ਇਹਦੇ ਬਾਰੇ ਕਿ ਕਿਉਂ ਰੋਕਿਆ ਜਾ ਰਹੀਆਂ। ਅਸੀਂ ਕੱਲ੍ਹ ਵੀ ਤਿਆਰ ਸੀ, ਅੱਜ ਵੀ ਤਿਆਰ ਹਾਂ ਔਰ ਆਉਣ ਵਾਲੇ ਕੱਲ੍ਹ ਵੀ ਤਿਆਰ ਹਾਂ। ਔਰ ਇਸ ਕਰਕੇ ਡੈਸਪਰੇਟਲੀ ਲੱਗੇ ਹੋਏ ਹਾਂ ਕਿ ਮੈਂ ਟਾਈਮ ਵੀ ਮੰਗਿਆ ਕੇਜਰੀਵਾਲ ਸਾਹਿਬ ਕੋ ਕਿ ਰੀਜ਼ਨ ਸਾਨੂੰ ਦੱਸੋ, ਕਿਉਂਕਿ ਅਸੀਂ ਆਪਣੀ ਇਸ ਇਲੈਕਸ਼ਨ ਨੂੰ ਕਰਾਉਣ ਵਾਸਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨੂੰ ਟਾਈਮ ਸਿਰ ਕਰਾਈਏ। ਇਸ ਕਰਕੇ ਅਸੀਂ ਬਿਲਕੁਲ ਤਤਪਰ ਹਾਂ। ਸਰ ਐਕਸਪੈਕਟਡ ਤੁਹਾਡੇ ਅਕੋਰਡਿੰਗ ਕੀ ਹੈਗਾ ਅਪਰੋਕਸੀਮੇਟ, 1 ਮਹੀਨਾ ਲੱਗੇਗਾ, 6 ਮਹੀਨੇ, ਕੁਝ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਇਹ ਸਰਕਾਰੀ ਕੰਮ ਹੈ। ਇਹਦੇ ਵਿੱਚ ਡਾਇਰੈਕਟਰ ਆਫ ਗੁਰਦੁਆਰਾ ਇਲੈਕਸ਼ਨਸ ਨਹੀਂ ਦੱਸ ਸਕਦਾ, ਕਿਉਂਕਿ ਜੋ ਚੀਜ਼ ਉਹਦੇ ਹੱਥ 'ਚ ਹੈ ਉਹਨੇ ਕਰਕੇ ਭੇਜਤੀ, ਅੱਗੋਂ ਸੀਐਮ ਨੇ ਰੋਕਤੀ, ਸੀਐਮ ਤੋਂ ਬਾਅਦ ਐਲਜੀ ਕੋਲ ਜਾਣੀ ਸੀ। ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਨੇ ਆਮ ਆਦਮੀ ਪਾਰਟੀ ਦੇ ਵਿੱਚ ਜ਼ੋਰ ਪਾ ਰੱਖਿਆ, ਇੱਕ ਨੇ ਬੀਜੇਪੀ ਵਿੱਚ ਪਾ ਰੱਖਿਆ। ਅਸੀਂ ਤੇ ਗੁਰੂ ਘਰ ਦੇ ਸੇਵਾਦਾਰ ਹਾਂ, ਅਸੀਂ ਤੇ ਸੇਵਾ ਕਰਨ ਵਾਸਤੇ ਉੱਥੇ ਬੈਠੇ ਹਾਂ। ਸੋ ਪੋਲੀਟੀਕਲ ਬੰਦਿਆਂ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਹੋਏ ਕਿ ਕੀ ਰਾਜਨੀਤੀ ਉਹ ਖੇਡ ਰਹੇ ਨੇ। ਤੇ ਸਰ ਜਾਂਦੇ ਹੋ ਤੁਸੀਂ ਇਲੈਕਸ਼ਨਾਂ ਦੀ ਗੱਲ ਕਰ ਰਹੀ ਤੇ ਜਿਹੜੀ, ਤੇ ਸਰ ਪੰਜਾਬ ਦੇ ਵਿੱਚ ਸਰ ਅਕਾਲੀ ਦਲ ਦਾ ਸਰ ਸਟੈਂਡ ਕੀ ਹੈਗਾ, ਉੱਥੇ ਵੀ ਤੁਸੀਂ ਪਾਰਟਿਸਿਪੇਟ ਕਰੋਗੇ? ਦੇਖੋ, ਅਸੀਂ ਅਕਾਲੀ ਦਲ ਦੇ ਵਰਕਰ ਨਾ, ਜਿੱਥੇ ਸਾਡੇ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜ਼ਿੰਮੇਵਾਰੀ ਲਾਂਗੇ, ਬਿਲਕੁਲ ਪਾਰਟਿਸਿਪੇਟ ਕਰਾਂਗੇ, ਕਿਉਂਕਿ ਪਾਰਟੀ ਨੇ ਬੜੀ ਜ਼ਿੰਮੇਵਾਰੀ ਸਾਡੇ ਤੇ ਲਾਈ ਹੋਈ ਹੈ ਔਰ ਸਾਡੀ ਅੱਗੋਂ ਜ਼ਿੰਮੇਵਾਰੀ ਬਣਦੀ ਹੈ ਕਿ ਪਾਰਟੀ ਦੇ ਲੋੜ ਪੈਣ 'ਤੇ ਅਸੀਂ ਪਾਰਟੀ ਦੇ ਨਾਲ ਖੜੇ ਹੋਈਏ।